ਪ੍ਰੀਤ ਪੰਜਾਬੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਮੈਂ ਅਮਨਪ੍ਰੀਤ ਤੁਹਾਡੇ ਲਈ ਤਾਜ਼ੀਆਂ ਖਬਰਾਂ ਲੈ ਕੇ ਹਾਜ਼ਰ ਹਾਂ। ਆਓ ਦੇਖੀਏ ਕਿਹੜੀਆਂ ਖਬਰਾਂ ਚਰਚਾ ਵਿੱਚ ਹਨ। ਕੈਪਟਨ ਅਤੇ ਸਿੱਧੂ ਵਿਚਾਲੇ ਤਲਖੀ ਖਤਮ ਹੁੰਦੀ ਨਜ਼ਰ ਨਹੀਂ ਆ ਰਹੀ। ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਵੀ ਕੈਪਟਨ ਨੇ ਅਜੇ ਤੱਕ ਉਹਨਾਂ ਨੂੰ ਵਧਾਈ ਨਹੀਂ ਦਿੱਤੀ ਤੇ ਨਾ ਹੀ ਸਿੱਧੂ ਕੈਪਟਨ ਦੇ ਨਾਲ ਮੁਲਾਕਾਤ ਕਰਨ ਲਈ ਉਹਨਾਂ ਦੇ ਘਰ ਗਏ ਨੇ। ਕੱਲ ਕੈਪਟਨ ਤੇ ਸਿੱਧੂ ਦੋਵੇਂ ਚੰਡੀਗੜ੍ਹ ਵਿੱਚ ਸੀ। ਸਿੱਧੂ ਨੇ ਤ੍ਰਿਪਤ ਰਜਿੰਦਰ ਬਾਜਵਾ ਦੇ ਘਰ ਸ਼ਕਤੀ ਪ੍ਰਦਰਸ਼ਨ ਕੀਤਾ। ਬਾਜਵਾ ਦਾ ਘਰ ਕੈਪਟਨ ਦੀ ਸਰਕਾਰੀ ਰਿਹਾਇਸ਼ ਦੇ ਬਿਲਕੁਲ ਨਾਲ ਹੈ। ਕੈਪਟਨ ਵੀ ਕੱਲ ਆਪਣੀ ਸਰਕਾਰੀ ਰਿਹਾਇਸ਼ ਤੇ ਪਹੁੰਚੇ ਸੀ, ਪਰ ਦੋਵਾਂ ਆਗੂਆਂ ਦੀ ਮੁਲਾਕਾਤ ਨਹੀਂ ਹੋ ਪਾਈ। ਸਿੱਧੂ ਨੂੰ ਪ੍ਰਧਾਨਗੀ ਮਿਲਣ ਤੇ ਵਿਰੋਧੀ ਵੀ ਤੰਜ ਕੱਸ ਰਹੇ ਨੇ। ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ, ਹੁਣ ਪੰਜਾਬ ਵਿੱਚ ਜੁਮਲਿਆਂ ਦੇ ਚੁਟਕਲਿਆਂ ਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਕੁਰਸੀ ਦੀ ਲੜਾਈ ਪੰਜਾਬ ਵਿੱਚ ਕਾਂਗਰਸ ਦਾ ਸਫਾਇਆ ਕਰੇਗੀ। ਪੈਗਾਸਸ ਫੋਨ ਟੈਪਿੰਗ ਮਾਮਲੇ ਤੇ ਸਿਆਸੀ ਬਵਾਲ ਛਿੜ ਗਿਆ ਹੈ। ਕੈਪਟਨ ਨੇ ਸੁਪਰੀਮ ਕੋਰਟ ਨੂੰ ਮਾਮਲੇ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ ਤੇ ਐਨਡੀਏ ਸਰਕਾਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਇਲਜ਼ਾਮ ਲਗਾਇਆ ਕਿ ਕੇਂਦਰ ਸਰਕਾਰ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰ ਰਹੀ ਹੈ। ਵਿਦੇਸ਼ੀ ਅਖਬਾਰ ਦੀ ਵਾਸ਼ਿੰਗਟਨ ਪੋਸਟ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲੀ ਸੌਫਟਵੇਅਰ ਪੈਗਾਸਸ ਜ਼ਰੀਏ ਕਰੀਬ 300 ਭਾਰਤੀਆਂ ਦੀ ਜਾਸੂਸੀ ਕੀਤੀ ਗਈ ਹੈ, ਜਿਨ੍ਹਾਂ ਵਿੱਚ ਰਾਹੁਲ ਗਾਂਧੀ, ਪ੍ਰਸ਼ਾਂਤ ਕਿਸ਼ੋਰ ਸਣੇ ਕਈ ਲੀਡਰਸ ਦੇ ਨਾਮ ਵੀ ਸ਼ਾਮਲ ਹਨ। ਕੇਂਦਰ ਸਰਕਾਰ ਨੇ ਫੋਨ ਟੈਪਿੰਗ ਦੀਆਂ ਰਿਪੋਰਟਸ ਦਾ ਖੰਡਨ ਕੀਤਾ ਹੈ। ਆਈਟੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਸੰਸਦ ਵਿੱਚ ਦਾਅਵਾ ਕੀਤਾ ਕਿ ਭਾਰਤ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਕੋਈ ਨਿਗਰਾਨੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ, ਦੇਸ਼ ਦੇ ਅਕਸ ਨੂੰ ਵਿਗਾੜਨ ਦੇ ਲਈ ਅਜਿਹੇ ਇਲਜ਼ਾਮ ਲਗਾਏ ਜਾ ਰਹੇ ਨੇ। ਫੋਨ ਟੈਪਿੰਗ ਮਾਮਲੇ ਵਿੱਚ ਕਾਂਗਰਸ ਨੇ ਦੇਸ਼ ਭਰ ਵਿੱਚ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ। 22 ਜੁਲਾਈ ਨੂੰ ਕਾਂਗਰਸੀ ਆਗੂ ਰਾਜ ਭਵਨ ਦਾ ਘਿਰਾਓ ਕਰਨ ਅਤੇ ਮਾਮਲੇ ਦੀ ਨਿਆਂਇਕ ਜਾਂਚ ਦੀ ਮੰਗ ਕਰਨਗੇ। ਬੇਅਦਬੀ ਮਾਮਲੇ ਨਾਲ ਜੁੜੇ ਵਿਵਾਦਤ ਪੋਸਟਰ ਕੇਸ ਵਿੱਚ ਚਲਾਨ ਪੇਸ਼ ਕਰਨ ਤੇ ਲੱਗੀ ਰੋਕ ਹਟਾ ਦਿੱਤੀ ਗਈ ਹੈ। ਹਾਈ ਕੋਰਟ ਨੇ ਡੇਰਾ ਪ੍ਰੇਮੀ ਦੀ ਪਟੀਸ਼ਨ ਖਾਰਿਜ ਕਰ ਦਿੱਤੀ ਹੈ, ਜਿਸ ਵਿੱਚ ਉਸਨੇ ਹੱਥ ਲਿਖਤ ਦੁਆਰਾ ਨਮੂਨੇ ਲੈਣ ਤੇ ਇਤਰਾਜ਼ ਜਤਾਇਆ ਸੀ। ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਗੋਲੀकांड ਮਾਮਲੇ ਵਿੱਚ ਐਸਆਈਟੀ ਸਾਹਮਣੇ ਪੇਸ਼ ਹੋਏ। ਉਨ੍ਹਾਂ ਵੱਲੋਂ ਗਵਾਹ ਦੇ ਤੌਰ ਤੇ ਆਪਣੇ ਬਿਆਨ ਕਲਮਬੱਧ ਕਰਵਾਏ ਗਏ। ਡੇਰਾ ਮੁਖੀ ਰਾਮ ਰਹੀਮ ਦੀਆਂ ਮੁਸ਼ਕਿਲਾਂ ਹੋਰ ਵੱਧ ਸਕਦੀਆਂ ਨੇ। ਸੀਬੀਆਈ ਨੇ ਸਾਧਾ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ਵਿੱਚ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਹੈ, ਜਿਸ ਤੇ ਕੋਰਟ ਨੇ ਡੇਰਾ ਮੁਖੀ ਨੂੰ ਨੋਟਿਸ ਜਾਰੀ ਕੀਤਾ ਹੈ। ਪੰਜਾਬ ਪੁਲਿਸ ਨੇ ਉੱਤਰਾਖੰਡ ਤੋਂ 3 ਵਾਂਟਡ ਗੈਂਗਸਟਰ ਕਾਬੂ ਕੀਤੇ ਨੇ। ਗੈਂਗਸਟਰਸ ਨੂੰ ਸ਼ਹਿ ਦੇਣ ਵਾਲੇ 2 ਹੋਰ ਲੋਕ ਗ੍ਰਿਫਤਾਰ ਕੀਤੇ ਨੇ। ਕਈ ਮਾਮਲਿਆਂ ਵਿੱਚ ਇਹ ਗੈਂਗਸਟਰ ਵਾਂਟਡ ਸੀ। ਮੁਲਜ਼ਮਾਂ ਵਿੱਚ ਇੱਕ ਅਕਾਲੀ ਦਲ ਦਾ ਮੌਜੂਦਾ ਸਰਪੰਚ ਵੀ ਹੈ। ਅੰਮ੍ਰਿਤਸਰ ਵਿੱਚ ਪਾਕਿਸਤਾਨ ਵਾਲੇ ਪਾਸਿਓਂ ਆ ਰਹੇ ਧੂਏ ਨੇ ਟੈਂਸ਼ਨ ਵਧਾ ਦਿੱਤੀ ਹੈ। ਸੁਰੱਖਿਆ ਦਲਾਂ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਗ੍ਰਿਫਤਾਰ ਕਰ ਲਏ ਗਏ ਨੇ। ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਲਜ਼ਾਮ ਅਸ਼ਲੀਲ ਫਿਲਮਾਂ ਬਣਾਉਣ ਦਾ ਰਾਜ ਕੁੰਦਰਾ ਤੇ ਲੱਗਾ ਹੈ। ਦਰਅਸਲ ਇਸ ਸਾਲ ਫਰਵਰੀ ਮਹੀਨੇ ਅਸ਼ਲੀਲ ਫਿਲਮਾਂ ਬਣਾਉਣ ਦੇ ਮਾਮਲੇ ਵਿੱਚ ਮੁੰਬਈ ਪੁਲਿਸ ਨੇ ਕੇਸ ਦਰਜ ਕੀਤਾ ਸੀ। ਮਾਮਲੇ ਦੀ ਜਾਂਚ ਦੌਰਾਨ ਇਸ ਦੇ ਤਾਰ ਰਾਜ ਕੁੰਦਰਾ ਨਾਲ ਜੁੜਦੇ ਨਜ਼ਰ ਆਏ। ਪੁਲਿਸ ਕਰਮਚਾਰੀਆਂ ਦਾ ਕਹਿਣਾ ਹੈ, ਰਾਜ ਕੁੰਦਰਾ ਖਿਲਾਫ ਕਾਫੀ ਸਬੂਤ ਮਿਲੇ ਨੇ, ਜਿਸ ਦੇ ਆਧਾਰ ਤੇ ਇਹ ਗ੍ਰਿਫਤਾਰੀ ਹੋਈ ਹੈ। ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਚਿੱਠੀ ਲਿਖੀ ਹੈ ਅਤੇ ਕੈਨੇਡੀਅਨ ਸਿਟੀਜ਼ਨਸ਼ਿਪ ਦੇ ਨਾਮ ਤੇ ਪੰਜਾਬੀਆਂ ਨਾਲ ਧੋਖਾਧੜੀ ਦਾ ਮਾਮਲਾ ਚੁੱਕਿਆ ਹੈ। ਮਨੀਸ਼ਾ ਗੁਲਾਟੀ ਨੇ ਸ਼ੋਸ਼ਣ ਰੋਕਣ ਲਈ ਸਖਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ।
ਚਰਖੀ ਦਾਦਰੀ ਵਿੱਚ ਸਿਵਲ ਹਸਪਤਾਲ ਪਹੁੰਚੀ ਭਾਜਪਾ ਆਗੂ ਬਬੀਤਾ ਫੋਗਾਟ ਦਾ ਕਿਸਾਨਾਂ ਵੱਲੋਂ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤਾ ਗਿਆ। ਵਿਰੋਧ ਨੂੰ ਦੇਖਦਿਆਂ ਪੁਲਿਸ ਨੇ ਕਿਸਾਨਾਂ ਨੂੰ ਰਸਤੇ ਵਿੱਚ ਘੇਰ ਲਿਆ ਤੇ ਗੀਤਾ ਫੋਗਾਟ ਨੂੰ ਦੂਜੇ ਰਸਤੇ ਰਾਹੀਂ ਅੰਦਰ ਲਿਜਾਇਆ ਗਿਆ। ਕਰਨਾਲ ਵਿੱਚ ਵੀ ਕਿਸਾਨਾਂ ਨੇ ਬੀਜੇਪੀ ਦੇ ਪ੍ਰੋਗਰਾਮ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ, ਜਿਸ ਦੇ ਰੋਸ ਵਜੋਂ ਕਿਸਾਨਾਂ ਨੇ ਥਾਣੇ ਦਾ ਘਿਰਾਓ ਕੀਤਾ ਤੇ ਬੀਜੇਪੀ ਨੇਤਾਵਾਂ ਦਾ ਜੰਮ ਕੇ ਵਿਰੋਧ ਕੀਤਾ। ਸਿਰਸਾ ਵਿੱਚ ਮਿੰਨੀ ਸਕੱਤਰੇਤ ਦੇ ਬਾਹਰ ਤੀਜੇ ਦਿਨ ਵੀ ਕਿਸਾਨਾਂ ਦੀ ਵੱਡੀ ਭੀੜ ਜੁਟੀ ਤੇ ਗ੍ਰਿਫਤਾਰ ਕਿਸਾਨਾਂ ਦੀ ਰਿਹਾਈ ਦੀ ਮੰਗ ਕੀਤੀ ਗਈ। ਇੱਥੇ ਦੇਸ਼ ਧਰੋਹ ਦਾ ਮਾਮਲਾ ਵੀ ਦਰਜ ਕਰਨ ਦੀ ਮੰਗ ਚੁੱਕੀ ਗਈ। ਕੁਰੂਕਸ਼ੇਤਰ ਦੇ ਇੱਕ ਪਿੰਡ ਵਿੱਚ ਭਾਰਤੀ ਕਿਸਾਨ ਯੂਨੀਅਨ ਮਾਨ ਦੇ ਸੂਬਾ ਪ੍ਰਧਾਨ ਗੁਣੀ ਪ੍ਰਕਾਸ਼ ਨੇ 3 ਖੇਤੀ ਕਾਨੂੰਨਾਂ ਦੇ ਸਮਰਥਨ ਵਿੱਚ ਪ੍ਰਦਰਸ਼ਨ ਕੀਤਾ ਅਤੇ ਚੜੂਨੀ ਦਾ ਪੁਤਲਾ ਫੂਕਿਆ। ਬਠਿੰਡਾ ਵਿੱਚ 11 ਪਿੰਡਾਂ ਦੇ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ। ਬਠਿੰਡਾ ਤੋਂ ਡੱਬਵਾਲੀ ਤੱਕ ਹਾਈਵੇ 54 ਬਣਨ ਵਾਲਾ ਹੈ। ਕਿਸਾਨਾਂ ਦੀ 500 ਏਕੜ ਜ਼ਮੀਨ ਹਾਈਵੇ ਅਧੀਨ ਆ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਜ਼ਮੀਨ ਦਾ ਢੁਕਵਾਂ ਰੇਟ ਨਹੀਂ ਮਿਲ ਰਿਹਾ। ਖੇਤਾਂ ਲਈ ਬਿਜਲੀ ਨਾ ਮਿਲਣ ਕਾਰਨ ਕਿਸਾਨਾਂ ਵੱਲੋਂ ਬਿਜਲੀ ਵਿਭਾਗ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ ਹੈ। ਕਿਸਾਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਪੇ ਕਮਿਸ਼ਨ ਦੀ ਲਾਗੂ ਕੀਤੀ ਰਿਪੋਰਟ ਦੇ ਵਿਰੋਧ ਵਿੱਚ ਕੌਂਸਲ ਆਫ ਡਿਪਲੋਮਾ ਇੰਜੀਨੀਅਰਸ ਨੇ ਡੀਸੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਜੇ ਰਿਪੋਰਟ ਖਾਰਜ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਮੁਲਾਜ਼ਮ ਜਥੇਬੰਦੀਆਂ ਮੋਤੀ ਮਹਿਲ ਦਾ ਘਿਰਾਓ ਕਰਨਗੀਆਂ। ਕਰਨਾਲ ਵਿੱਚ ਨਿੱਜੀਕਰਨ ਦੇ ਵਿਰੋਧ ਵਿੱਚ ਬਿਜਲੀ ਕਰਮੀਆਂ ਨੇ ਬਿਜਲੀ ਬੋਰਡ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਬਿਜਲੀ ਕਰਮੀਆਂ ਦਾ ਕਹਿਣਾ ਹੈ ਕਿ ਜੇ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਅੰਦੋਲਨ ਕੀਤਾ ਜਾਵੇਗਾ। ਕਾਂਗੜਾ ਵਿੱਚ ਆਸ਼ਾ ਵਰਕਰਸ ਨੇ ਪ੍ਰਦਰਸ਼ਨ ਕੀਤਾ ਤੇ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਤੇ ਘੱਟੋ-ਘੱਟ ਤਨਖਾਹ 18,000 ਰੁਪਏ ਕਰਨ ਸਣੇ ਮੁੱਖ 4 ਮੰਗਾਂ ਰੱਖੀਆਂ ਗਈਆਂ। ਆਸ਼ਾ ਵਰਕਰਸ ਨੇ ਕਿਹਾ ਕਿ 2,000 ਰੁਪਏ ਵਿੱਚ ਘਰ ਦਾ ਗੁਜ਼ਾਰਾ ਨਹੀਂ ਹੋ ਰਿਹਾ। ਬਹਾਦਰਗੜ੍ਹ ਵਿੱਚ ਆਰਟੀਏ ਵਿਭਾਗ ਦੇ ਮੁਲਾਜ਼ਮਾਂ ਦੀ ਲਾਪਰਵਾਹੀ ਦਾ ਖਾਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। 1 ਮਿੰਟ ਦੇ ਕੰਮ ਲਈ ਲੋਕਾਂ ਨੂੰ ਮਹੀਨਾ ਚੱਕਰ ਕੱਢਣੇ ਪੈ ਰਹੇ ਨੇ, ਜਿਸ ਕਾਰਨ ਆਰਟੀਏ ਦਫ਼ਤਰ ਵਿੱਚ ਲੋਕਾਂ ਨੇ ਹੰਗਾਮਾ ਕੀਤਾ। ਕ੍ਰਿਕਟਰ ਸੁਰੇਸ਼ ਰੈਣਾ ਦੇ ਫੁੱਫੜ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਇੱਕ ਹੋਰ ਮੁਲਜ਼ਮ ਨੂੰ ਬਰੇਲੀ ਤੋਂ ਗ੍ਰਿਫਤਾਰ ਕੀਤਾ ਹੈ। ਕਤਲ ਪਿਛਲੇ ਸਾਲ ਕੀਤਾ ਗਿਆ ਸੀ, ਜਿਸ ਵਿੱਚ 14 ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਸੀ। ਪਠਾਨਕੋਟ ਵਿੱਚ ਸਾਬਕਾ ਫੌਜੀ ਦੀ ਹੱਤਿਆ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਸਣੇ ਇੱਕ ਸਾਥੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਸਾਬਕਾ ਫੌਜੀ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਮੁਲਜ਼ਮ ਫਰਾਰ ਚੱਲ ਰਹੇ ਨੇ। ਗੁਰਦਾਸਪੁਰ ਦੇ ਪਿੰਡ ਵਿੱਚ ਵਿਅਕਤੀ ਦੀ ਮੌਤ ਦੇ ਕਤਲ ਮਾਮਲੇ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਦੇ ਰੋਸ ਵਜੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਡਾਕਖਾਨਾ ਚੌਂਕ ਬੰਦ ਕਰਕੇ ਪੁਲਿਸ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਫਾਜ਼ਿਲਕਾ ਵਿੱਚ ਬਿਜਲੀ ਕੱਟਾਂ ਤੇ ਫਸਲ ਨੂੰ ਪਾਣੀ ਨਾ ਮਿਲਣ ਤੋਂ ਪਰੇਸ਼ਾਨ ਕਿਸਾਨਾਂ ਨੇ ਸਿੰਜਾਈ ਵਿਭਾਗ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਤੇ ਕਿਸਾਨਾਂ ਨੇ ਚੇਤਾਵਨੀ ਦਿੱਤੀ, ਜੇ ਕਿਸਾਨਾਂ ਦੀਆਂ ਮੰਗਾਂ ਤੇ ਗੌਰ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਵੀ ਤਿੱਖਾ ਹੋਵੇਗਾ। ਛੇਵੇਂ ਪੇ ਕਮਿਸ਼ਨ ਨੂੰ ਲੈ ਕੇ ਡਾਕਟਰਸ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ, ਜਿਸ ਕਾਰਨ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਰੀਜ਼ਾਂ ਦੀਆਂ ਮੁਸ਼ਕਲਾਂ ਨੂੰ ਵੇਖਦਿਆਂ ਅੱਜ ਡਾਕਟਰਸ ਨੇ OPD ਸੇਵਾਵਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਬਠਿੰਡਾ ਵਿੱਚ ਚੋਰੀ ਕਰਨ ਆਇਆ ਨੌਜਵਾਨ ਲੋਕਾਂ ਦੇ ਹੱਥੇ ਚੜ੍ਹ ਗਿਆ। ਲੋਕਾਂ ਨੇ ਨੌਜਵਾਨ ਦੀ ਖੰਭੇ ਨਾਲ ਬੰਨ੍ਹ ਕੇ ਕੁੱਟਮਾਰ ਕੀਤੀ, ਜਦਕਿ ਮੁਲਜ਼ਮ ਦੇ ਬਾਕੀ ਸਾਥੀ ਫਰਾਰ ਹੋ ਗਏ।
ਜਲੰਧਰ ਵਿੱਚ ਇੱਕ ਕਰਿਆਨਾ ਸਟੋਰ ਵਿੱਚ ਲੁੱਟ ਦੀ ਕੋਸ਼ਿਸ਼ ਕੀਤੀ ਗਈ। ਲੁੱਟ ਲਈ ਆਏ ਬਦਮਾਸ਼ ਦੁਕਾਨਦਾਰ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ। ਜ਼ਖਮੀ ਦੁਕਾਨਦਾਰ ਦਾ ਇਲਾਜ ਚੱਲ ਰਿਹਾ ਹੈ। ਸੋਨੀਪਤ ਵਿੱਚ ਜਮੁਨਾ ਨਦੀ ਵਿੱਚ 2 ਵਿਦਿਆਰਥੀਆਂ ਦੀਆਂ ਲਾਸ਼ਾਂ ਮਿਲੀਆਂ ਨੇ, ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਦੋਵਾਂ ਦਾ ਕਤਲ ਕੀਤਾ ਗਿਆ ਹੈ। ਕਰਨਾਲ ਦੇ ਰਸੂਲਪੁਰ ਕਲਾਮ ਪਿੰਡ ਵਿੱਚ 107 ਸਾਲਾ ਬਜ਼ੁਰਗ ਮਹਿਲਾ ਦੀ ਲਾਸ਼ ਮਿਲੀ ਹੈ। ਮਹਿਲਾ 4 ਦਿਨਾਂ ਤੋਂ ਲਾਪਤਾ ਸੀ, ਜਿਸ ਦੀ ਸ਼ਿਕਾਇਤ ਵੀ ਪੁਲਿਸ ਨੂੰ ਕੀਤੀ ਗਈ ਸੀ। ਬਠਿੰਡਾ ਵਿੱਚ ਸਪੈਸ਼ਲ ਸਟਾਫ ਨੇ ਨਕਲੀ ਡੀਜ਼ਲ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਤੇ ਗਿਰੋਹ ਦੇ 4 ਲੋਕਾਂ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਮੁਤਾਬਕ ਮੁਲਜ਼ਮ ਬਾਇਓਕੈਮੀਕਲ ਵਿੱਚ ਹਰੇ ਰੰਗ ਦਾ ਤਰਲ ਪਦਾਰਥ ਮਿਲਾ ਕੇ ਡੀਜ਼ਲ ਬਣਾਉਂਦੇ ਸਨ ਤੇ ਰਾਜਸਥਾਨ ਸਪਲਾਈ ਕਰਦੇ ਸਨ। ਕਰਨਾਲ ਦੇ ਇੱਕ ਹੋਟਲ ਦੇ ਸਵਿਮਿੰਗ ਪੂਲ ਵਿੱਚ ਨਹਾਉਂਦੇ ਸਮੇਂ 11 ਸਾਲਾ ਬੱਚੇ ਦੀ ਮੌਤ ਹੋ ਗਈ। ਪਰਿਵਾਰ ਨੇ ਹੋਟਲ ਮੈਨੇਜਮੈਂਟ ਤੇ ਇਲਜ਼ਾਮ ਲਗਾਉਂਦੇ ਕਿਹਾ ਕਿ ਮੌਕੇ ਤੇ ਨਾ ਤਾਂ ਕੋਈ ਲਾਈਫ ਗਾਰਡ ਮੌਜੂਦ ਸੀ ਤੇ ਨਾ ਹੀ ਕਿਸੇ ਕਰਮਚਾਰੀ ਦੀ ਤੈਨਾਤੀ ਸੀ। ਪਰਿਵਾਰ ਦੀ ਸ਼ਿਕਾਇਤ ਤੇ ਹੋਟਲ ਮੈਨੇਜਮੈਂਟ ਖਿਲਾਫ ਲਾਪਰਵਾਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪਾਣੀਪਤ ਵਿੱਚ ਫਿਸ਼ਰੀ ਵਿਭਾਗ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਿਹਾ ਹੈ। ਪਾਬੰਦੀਸ਼ੁਦਾ ਮੱਛੀਆਂ ਵੇਚੀਆਂ ਜਾ ਰਹੀਆਂ ਹਨ। ਡਾਕਟਰਸ ਦੇ ਮੁਤਾਬਕ ਅਜਿਹੀ ਮੱਛੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਬਿਲਾਸਪੁਰ ਵਿੱਚ 2 ਅਣਪਛਾਤੇ ਲੋਕਾਂ ਨੇ ਇੱਕ ਮਹਿਲਾ ਨੂੰ ਜ਼ਬਰਦਸਤੀ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਤੇ ਵਿਰੋਧ ਕਰਨ ਤੇ ਡੰਡਿਆਂ ਨਾਲ ਵਾਰ ਕੀਤੇ। ਸੜਕ ਤੋਂ ਗੁਜ਼ਰ ਰਹੇ ਟਰੈਕਟਰ ਚਾਲਕ ਨੇ ਮਹਿਲਾ ਨੂੰ ਬਦਮਾਸ਼ਾਂ ਦੇ ਚੰਗੁਲ ਵਿੱਚੋਂ ਬਾਹਰ ਕੱਢਿਆ। ਸਿਰਸਾ ਵਿੱਚ ਇੱਕ ਵਿਆਹ ਵਾਲੇ ਘਰ ਵਿੱਚ ਲੱਖਾਂ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਸਾਰਾ ਪਰਿਵਾਰ ਵਿਆਹ ਦੀਆਂ ਤਿਆਰੀਆਂ ਵਿੱਚ ਲੱਗਾ ਹੋਇਆ ਸੀ, ਜਿਸ ਦਾ ਫਾਇਦਾ ਚੁੱਕਦਿਆਂ ਚੋਰਾਂ ਨੇ 7,50,000 ਦੀ ਨਕਦੀ ਤੇ ਲਗਭਗ 4 ਤੋਲੇ ਸੋਨਾ ਚੋਰੀ ਕਰ ਲਿਆ। ਲੁਧਿਆਣਾ ਦੇ ਤਾਜਪੁਰ ਰੋਡ ਤੇ ਸਥਿਤ ਇੰਡਸਟਰੀ ਦੇ ਗੋਦਾਮ ਵਿੱਚ ਬੀਤੀ ਰਾਤ ਗੱਤੇ ਦੀ ਫੈਕਟਰੀ ਨੂੰ ਅੱਗ ਲੱਗ ਗਈ, ਜਿਸ ਤੋਂ ਤੁਰੰਤ ਬਾਅਦ ਲੁਧਿਆਣਾ ਅੱਗ ਬਚਾਓ ਅਮਲੇ ਨੂੰ ਸੂਚਿਤ ਕੀਤਾ ਗਿਆ। ਅੱਗ ਬਚਾਓ ਅਮਲੇ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਊਨਾ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਕਈ ਥਾਵਾਂ ਤੇ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਨੋਹਰ ਮਾਰਕੀਟ ਵਿੱਚ ਲੋਕਾਂ ਨੇ ਚੱਕਾ ਜਾਮ ਕਰ ਦਿੱਤਾ, ਜਿਸ ਤੋਂ ਬਾਅਦ ਪੁਲਿਸ ਨੇ ਮੌਕਾ ਸੰਭਾਲਿਆ। ਹਿਮਾਚਲ ਵਿੱਚ ਮੌਸਮ ਵਿਭਾਗ ਵੱਲੋਂ ਔਰੇਂਜ ਅਲਰਟ ਜਾਰੀ ਕੀਤਾ ਹੈ, ਜਿਸ ਦਾ ਅਸਰ ਬੀਤੀ ਰਾਤ ਤੋਂ ਹੀ ਕਾਂਗੜਾ ਵਿੱਚ ਦਿਖਾਈ ਦੇ ਰਿਹਾ ਹੈ। ਕਾਂਗੜਾ ਵਿੱਚ ਲਗਾਤਾਰ ਰਾਤ ਤੋਂ ਤੇਜ਼ ਮੀਂਹ ਪੈ ਰਿਹਾ ਹੈ। ਸਮਾਣਾ ਦੇ ਵਿੱਚ ਵੀ ਮੀਂਹ ਨੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਬਾਜ਼ਾਰਾਂ ਅਤੇ ਮੁਹੱਲਿਆਂ ਵਿੱਚ ਮੀਂਹ ਦਾ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ਵਿੱਚ ਵੀ ਭਾਰੀ ਮੀਂਹ ਪਿਆ, ਜਿਸ ਨਾਲ ਲੋਕਾਂ ਨੂੰ ਭਾਰੀ ਗਰਮੀ ਤੋਂ ਬੇਸ਼ੱਕ ਰਾਹਤ ਮਿਲੀ, ਪਰ ਕਈ ਥਾਵਾਂ ਤੇ ਪਾਣੀ ਭਰਨ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਤਰ ਭਾਰਤ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਤੇ ਬਰਸਾਤ ਹੋਈ। ਗੁਰੂਗ੍ਰਾਮ ਵਿੱਚ ਸੜਕਾਂ ਤਲਾਅ ਬਣ ਗਈਆਂ ਤੇ ਸ਼ੀਤਲਾ ਮਾਤਾ ਮੰਦਿਰ ਦੇ ਵਿੱਚ ਵੀ ਪਾਣੀ ਭਰ ਗਿਆ। ਮੌਸਮ ਦੀ ਪਹਿਲੀ ਬਰਸਾਤ ਨੇ ਪ੍ਰਸ਼ਾਸਨ ਦੇ ਵੱਡੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸੜਕਾਂ ਤੇ ਭਰੇ ਪਾਣੀ ਵਿੱਚ ਮੋਟਰਸਾਈਕਲ ਤੇ ਗੱਡੀਆਂ ਤੈਰਦੀਆਂ ਨਜ਼ਰ ਆਈਆਂ। ਜੀਂਦ ਵਿੱਚ ਯਾਤਰੀਆਂ ਨਾਲ ਭਰੀ ਇੱਕ ਬੱਸ ਖੱਡ ਵਿੱਚ ਜਾ ਫਸੀ। ਯਾਤਰੀ ਕਈ ਘੰਟੇ ਤੱਕ ਪਰੇਸ਼ਾਨ ਰਹੇ, ਪਰ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਉਹਨਾਂ ਦੀ ਮਦਦ ਲਈ ਨਹੀਂ ਪਹੁੰਚਿਆ। ਸਥਾਨਕ ਲੋਕਾਂ ਨੇ ਟਰੈਕਟਰਸ ਨਾਲ ਬੱਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬੀ ਨਹੀਂ ਮਿਲੀ। 21 ਜੁਲਾਈ ਨੂੰ ਮੁਸਲਿਮ ਭਾਈਚਾਰੇ ਵੱਲੋਂ ਬਕਰੀਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਮਲੇਰਕੋਟਲਾ ਵਿੱਚ ਬੱਕਰਿਆਂ ਦੀ ਸਭ ਤੋਂ ਵੱਡੀ ਮੰਡੀ ਲੱਗੀ ਹੋਈ ਹੈ ਤੇ ਬੱਕਰੇ 2 ਲੱਖ ਰੁਪਏ ਤੱਕ ਵਿਕ ਰਹੇ ਨੇ।
उन्हां विच सतपाल ने समुदायक भवन लोकां नूं समर्पित कर दिता है। इस दौरान उन्हां कहा कि उन्हां हलके विच विकास कीता जा रहा है। सौण महीने के पहले सोमवार के मौके ऊना के प्राचीन महादेव मंदिर विच वड्डी गिणती विच श्रद्धालु पहुंचे। भारी मींह के बावजूद श्रद्धालुओं ने भगवान शिव की प्रतिमा के दर्शन किए। अजनाला विच झोंपड़ी विच रहण वाले परिवार नूं कई सालों बाद पक्का घर नसीब होया। अजनाला की सोसाइटी ने लोगों के सहयोग नाल यह उपराला किया। परिवार ने मदद लई अगे आए लोगों का धन्नवाद किया। कैनेडा दीयां सुर्खियां। इस हफ्ते कैनेडा नूं हासिल होणगियां कोविड-19 वैक्सीन दीयां 7.1 मिलियन डोजेस। इस हफ्ते फैडरल सरकार नूं कोविड-19 वैक्सीन दीयां 7.1 मिलियन डोजेस मिलण दी उम्मीद है। नवीं डिलीवरी विच फाइजर बायोएनटेक तो 3.1 मिलियन डोजेस ते मॉडर्ना दीयां 4 मिलियन डोजेस हासिल होने की संभावना है। ओटावा तो वर्चुअल कॉन्फ्रेंस नूं संबोधन करदियां ब्रिगेडियर जनरल क्रिस्टा ब्रूडी ने आख्या कि आने वाले हफ्तिਆਂ ਵਿੱਚ ਅਸੀਂ 66 मिलियन डोजेस का अंकड़ा पार कर लवांगे। इस तो भाव है कि कैनेडा कोल हरेक योग कैनेडियन नूं वैक्सीनेट करन लई वैक्सीन होवेगी। देश भर विच कोविड-19 वैक्सीन की वंड की निगरानी कर रही क्रिस्टा ब्रूडी ने आख्या कि साडे कोल सारे कैनेडियंस नूं वैक्सीनेट करन लई पूरी वैक्सीन नहीं सगों लोड़ों वध वैक्सीन होवेगी। उन्हां आख्या कि हुण असीं सीमित सप्लाई तो वाधू सप्लाई वल वध रहे हां ते इस लई इस दी वंड नूं लैके रणनीति विच भी तब्दीली आई है। असीं अपणियां घरेलू लोड़ां पूरीआं करन दे नाल-नाल ग्लोबल वैक्सीनेशन कोशिशां विच भी बनदा योगदान पा सकदे हां। इस तो इलावा प्रोविंस नूं जदों लोड़ महसूस होवे और रिजर्व रखी वैक्सीन विचों जिन्नी चाहिदी होवे लै सकदे हन। दस दईए कि कैनेडा की वैक्सीनेशन दर दुनिया भर विच सब तो ज़्यादा है। शुक्रवार तक 79% कैनेडियंस वैक्सीन की एक डोज दे 50% कैनेडियंस वैक्सीन दियां दोवें डोज लवा चुके सन। कैनेडा पहला ही ऑक्सफोर्ड एस्ट्राजेनेका वैक्सीन की 17.7 मिलियन डोजेस ग्लोबल वैक्सीन शेयरिंग अलायंस कोवैक्स नूं देण दा तहिया प्रगट कर चुकिया है। टोरंटो के कारोबार अपने कर्मचारियों नूं ऑफिस तो काम करन लई राजी करन दियां बना रहे हैं योजनावां। एक नवी रिपोर्ट अनुसार टोरंटो के कारोबार अपने कर्मचारियों नूं वर्क फ्रॉम होम की थां ऑफिस तो काम करन लई राजी करन दियां योजनावां बना रहे हैं। कमर्शियल रियल एस्टेट फर्म अविजन यंग का कहना है कि ਜਿਹੜੀਆਂ कंपनियां अपने ऑफिस स्पेस नूं अगे किसी होर नूं किराए उत्ते देना चाहुंदियां सन हुण उन्होंने अजिहा करना बंद कर दिता है। फर्म का कहना है कि 6 तिमाहियां विच उपलब्ध सबलेट स्पेस विच जिन्नी कमी आई है उन्नी पहला कदे दर्ज नहीं की गई। इस तिमाही के अंत विच डाउनटाउन विच 3.2 मिलियन स्क्वेयर फुट ਜਾਂ 32% स्पेस उपलब्ध है। अविजन जंग का कहना है कि ये इस गल का संकेत है कि टोरंटो के कारोबारां नूं उम्मीद है कि जल्दी ही वध तो वध कर्मचारी ऑफिस परत आउणगे। कुछ कंपनियां जिन्हां विच TMX ग्रुप ते इंटलैक्स टैक्नोलॉजी भी शामिल हैं ने मार्केट विचों सबलेट स्पेस नूं तां हौली हौली करके ते जां फिर इकट्ठियां खत्म कर दिता है। कोविड-19 पाबंदियां दे चलदियां टोरंटो के डाउनटाउन ऑफिस टावर्स बहुता करके खाली ही हैं। अविजन जंग की रिपोर्ट अनुसार दूजी तिमाही विच डाउनटाउन ऑफिस वैकेंसी रेट 7.3% के हिसाब नाल सब तो वध रहा, पर कुछ कंपनियां वालों अजिही झलक पेश की गई है कि रिटर्न टू वर्क स्ट्रैटजी किहो जही लग सकती है। सन लाइफ वालों काम संबंधी प्रबंधों लई अपने स्टाफ नूं फैसला करन दी खुल दी गई है, जबकि एप्पल ने इस साल के अंत विच अपने कर्मचारियों नूं हफ्ते विच 3 दिन काम उत्ते ऑफिस परतन लई आख्या है। 2000 लोग कर रहे सन पार्टी, पुलिस ने दखल दे के पार्टी करवाई खत्म। दरहम रीजनल पुलिस वालों छापा मार के विटवी विच चल रही पार्टी खत्म करवाई गई। इस पार्टी विच 2000 तो वध लोग शामिल सन। ये पार्टी ब्रेयर ते कोलंबस रोड दरमियान एशबर्न रोड उत्ते स्थित
15 ਏਕੜ ਦੇ ਇੱਕ ਘਰ ਵਿੱਚ ਹੋ ਰਹੀ ਸੀ। ਕਾਰਜਕਾਰੀ ਸਰਜੈਂਟ ਜਾਰਜ ਟੂਡੋਸ ਨੇ ਦੱਸਿਆ ਕਿ ਸਾਨੂੰ ਇਸ ਪਾਰਟੀ ਬਾਰੇ ਜਾਣਕਾਰੀ ਮਿਲੀ ਤੇ ਸਾਡੇ ਅਧਿਕਾਰੀ ਵੀ ਸ਼ਾਂਤੀ ਬਹਾਲ ਰੱਖਣ ਤੇ ਅਮਨ ਕਾਨੂੰਨ ਬਣਾਈ ਰੱਖਣ ਲਈ ਚੁੱਪਚਾਪ ਇਸ ਪਾਰਟੀ ਵਿੱਚ ਸ਼ਰੀਕ ਹੋ ਗਏ। ਉਨ੍ਹਾਂ ਦੱਸਿਆ ਕਿ ਪਾਰਟੀ ਵਿੱਚ ਇੰਨੇ ਲੋਕ ਸ਼ਾਮਲ ਸਨ ਕਿ ਪੁਲਿਸ ਵਾਲਿਆਂ ਦੀ ਗਿਣਤੀ ਘੱਟ ਪੈ ਗਈ। ਪਾਰਟੀ ਵਾਲੇ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਗੱਡੀਆਂ ਮੌਜੂਦ ਸਨ। ਲੋਕਾਂ ਨੂੰ ਹੋਰਨਾਂ ਥਾਵਾਂ ਤੋਂ ਵੀ ਇੱਥੇ ਪਾਰਟੀ ਕਰਨ ਲਈ ਲਿਆਂਦਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਹੌਲੀ-ਹੌਲੀ ਭੀੜ ਨੂੰ ਖੰਡਾਉਣ ਵਿੱਚ ਪੁਲਿਸ ਕਾਮਯਾਬ ਹੋਈ ਤੇ ਮਹਿਮਾਨਾਂ ਨੇ ਵੀ ਪੁਲਿਸ ਨੂੰ ਸਹਿਯੋਗ ਦਿੱਤਾ। ਪੁਲਿਸ ਨੂੰ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਵਾਲੇ ਵਿਅਕਤੀ ਦੇ ਸੰਬੰਧ ਵਿੱਚ ਸ਼ਿਕਾਇਤ ਮਿਲੀ ਸੀ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਓਨਟਾਰੀਓ ਦੇ ਰੀਓਪਨਿੰਗ ਪਲਾਨ ਤਹਿਤ ਤੀਜੇ ਪੜਾਅ ਤੋਂ ਬਾਅਦ ਆਊਟਡੋਰ ਇਕੱਠ ਦੀ ਇਜਾਜ਼ਤ ਦਿੱਤੀ ਗਈ ਹੈ, ਪਰ 100 ਲੋਕ ਹੀ ਇਕੱਠੇ ਹੋ ਸਕਦੇ ਹਨ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਕਿਸੇ ਖਿਲਾਫ ਚਾਰजेस ਨਹੀਂ ਲਾਏ ਗਏ ਹਨ। ਨੌ ਅਗਸਤ ਤੋਂ ਅਮਰੀਕਨਸ ਤੇ 7 ਸਤੰਬਰ ਤੋਂ ਹੋਰਨਾਂ ਦੇਸ਼ਾਂ ਦੇ ਟਰੈਵਲਰਸ ਨੂੰ ਕੈਨੇਡਾ ਦਾਖਲ ਹੋਣ ਦੀ ਦਿੱਤੀ ਜਾਵੇਗੀ ਇਜਾਜ਼ਤ। ਫੈਡਰਲ ਸਰਕਾਰ ਵੱਲੋਂ ਸੋਮਵਾਰ ਨੂੰ ਇਹ ਐਲਾਨ ਕੀਤਾ ਗਿਆ ਹੈ ਕਿ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਅਮਰੀਕਨ ਟਰੈਵਲਰਸ ਨੂੰ 9 ਅਗਸਤ ਤੋਂ ਕੈਨੇਡਾ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ, ਜਦਕਿ ਇਸ ਤੋਂ ਠੀਕ 1 ਮਹੀਨੇ ਬਾਅਦ ਭਾਵ 7 ਸਤੰਬਰ ਤੋਂ ਹੋਰਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਕੈਨੇਡਾ ਦਾਖਲ ਹੋਣ ਦੀ ਖੁੱਲ੍ਹ ਦਿੱਤੀ ਜਾਵੇਗੀ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ 9 ਅਗਸਤ ਤੋਂ ਅਮਰੀਕਨ ਸਿਟੀਜ਼ਨ ਤੇ ਅਮਰੀਕਾ ਦੇ ਪਰਮਾਨੈਂਟ ਰੈਜ਼ੀਡੈਂਟਸ ਇਸ ਸ਼ਰਤ ਨਾਲ ਕੈਨੇਡਾ ਟਰੈਵਲ ਕਰਨ ਦੇ ਸਮਰੱਥ ਹੋ ਜਾਣਗੇ ਜੇ ਉਹਨਾਂ ਦੀ ਕੋਵਿਡ-19 ਸੰਬੰਧੀ ਵੈਕਸੀਨੇਸ਼ਨ ਪੂਰੀ ਹੋਈ ਹੈ। ਇਹ ਵੀ ਪਤਾ ਲੱਗਿਆ ਹੈ ਕਿ ਕੈਨੇਡਾ ਵਿੱਚ ਮਨਜ਼ੂਰਸ਼ੁਦਾ ਕੋਵਿਡ-19 ਦੀਆਂ 4 ਵੈਕਸੀਨਸ ਵਿੱਚੋਂ ਕਿਸੇ ਇੱਕ ਕੋਵਿਡ-19 ਵੈਕਸੀਨ ਦਾ ਹੀ ਪੂਰਾ ਕੋਰਸ ਸੰਬੰਧਿਤ ਅਮਰੀਕਨ ਟਰੈਵਲਰਸ ਵੱਲੋਂ ਲਿਆ ਗਿਆ ਹੋਣਾ ਚਾਹੀਦਾ ਹੈ। ਇਹ ਵੈਕਸੀਨੇਸ਼ਨ ਕੈਨੇਡਾ ਪਹੁੰਚਣ ਤੋਂ 14 ਦਿਨ ਪਹਿਲਾਂ ਤੱਕ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ। ਇੱਕ ਪ੍ਰੈਸ ਰਿਲੀਜ਼ ਵਿੱਚ ਦੱਸਿਆ ਗਿਆ ਕਿ ਇਸ ਤਰ੍ਹਾਂ ਦੇ ਮੁੱਢਲੇ ਕਦਮ ਨਾਲ ਕੈਨੇਡਾ ਸਰਕਾਰ 7 ਸਤੰਬਰ 2021 ਨੂੰ ਸਰਹੱਦੀ ਪਾਬੰਦੀਆਂ ਵਿੱਚ ਢਿੱਲ ਦੇਣ ਦੇ ਆਪਣੇ ਫੈਸਲੇ ਨਾਲ ਅਗਾਊਂ ਐਡਜਸਟ ਕਰਨ ਦੇ ਯੋਗ ਹੋ ਜਾਵੇਗਾ। ਦੂਜੇ ਪਾਸੇ ਇਸ ਫੈਸਲੇ ਨਾਲ ਕੈਨੇਡੀਅਨਸ ਤੇ ਅਮਰੀਕਨਸ ਦੇ ਆਪਸੀ ਗੂੜੇ ਸੰਬੰਧਾਂ ਦਾ ਮਾਣ-ਤਾਣ ਵੀ ਰੱਖਿਆ ਜਾਵੇਗਾ। ਆਪਸੀ ਸਮਝੌਤੇ ਤੋਂ ਬਾਅਦ ਦੋਵਾਂ ਦੇਸ਼ਾਂ ਵੱਲੋਂ ਕੈਨੇਡੀਅਨ ਅਮਰੀਕਨ ਸਰਹੱਦੀ ਪਾਬੰਦੀਆਂ 21 ਮਾਰਚ 2020 ਤੋਂ ਲਾਗੂ ਕੀਤੀਆਂ ਗਈਆਂ ਸਨ। ਕੁਝ ਖਬਰਾਂ ਖੇਡ ਜਗਤ ਤੋਂ। ਵਿੰਬਲਡਨ ਚੈਂਪੀਅਨ ਤੇ ਵਿਸ਼ਵ ਦੀ ਨੰਬਰ 1 ਟੈਨਿਸ ਖਿਡਾਰੀ ਐਸ਼ਲੇ ਬਾਰਟੀ 올림픽 ਲਈ ਜਾਪਾਨ ਪੁੱਜੀ। ਹਾਲ ਹੀ ਵਿੱਚ ਵਿੰਬਲਡਨ ਮਹਿਲਾ ਸਿੰਗਲ ਚੈਂਪੀਅਨ ਦਾ ਤਾਜ ਪਹਿਨਣ ਵਾਲੀ ਦੁਨੀਆ ਦੀ ਨੰਬਰ 1 ਟੈਨਿਸ ਖਿਡਾਰੀ ਐਸ਼ਲੇ ਬਾਰਟੀ 올림픽 ਵਿੱਚ ਹਿੱਸਾ ਲੈਣ ਲਈ ਸੋਮਵਾਰ ਨੂੰ ਜਾਪਾਨ ਪਹੁੰਚੀ। WTA ਵਿਸ਼ਵ ਰੈਂਕਿੰਗ ਵਿੱਚ ਪਹਿਲਾ ਸਥਾਨ ਤੇ ਕਾਬਜ ਆਸਟ੍ਰੇਲੀਆ ਦੀ ਇਹ ਖਿਡਾਰੀ ਨਾਰਿਤਾ ਹਵਾਈ ਅੱਡੇ ਤੇ ਪਹੁੰਚਣ ਦੇ ਬਾਅਦ 올림픽 ਦੀ ਆਪਣੀ ਰਿਹਾਇਸ਼ ਲਈ ਰਵਾਨਾ ਹੋ ਗਈ। ਬਾਰਟੀ ਤੇ ਜਾਪਾਨ ਦੀ ਨਾਓਮੀ ਓਸਾਕਾ ਸ਼ਨੀਵਾਰ ਨੂੰ ਸ਼ੁਰੂ ਹੋਣ ਵਾਲੇ ਮਹਿਲਾ ਟੈਨਿਸ ਮੁਕਾਬਲੇ ਦੇ 2 ਪ੍ਰਮੁੱਖ ਖਿਡਾਰੀ ਹਨ। ਸ਼੍ਰੀਲੰਕਾ ਵਿਰੁੱਧ ਸੀਰੀਜ਼ ਜਿੱਤਣ ਉਤਰੇਗੀ ਭਾਰਤੀ ਟੀਮ। ਪਹਿਲਾ ਵਨਡੇ ਆਸਾਨੀ ਨਾਲ ਜਿੱਤ ਚੁੱਕੀ ਭਾਰਤੀ ਟੀਮ ਸ਼੍ਰੀਲੰਕਾ ਵਿਰੁੱਧ ਹੋਣ ਵਾਲੇ ਦੂਜੇ ਵਨਡੇ ਵਿੱਚ ਸੀਰੀਜ਼ ਜਿੱਤਣ ਦੇ ਇਰਾਦੇ ਨਾਲ ਉਤਰੇਗੀ। ਭਾਰਤ ਨੇ ਪਹਿਲੇ ਵਨਡੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 13.2 ਓਵਰ ਬਾਕੀ ਰਹਿੰਦਿਆਂ 7 ਵਿਕਟਸ ਨਾਲ ਜਿੱਤ ਹਾਸਲ ਕੀਤੀ। ਸ਼੍ਰੀਲੰਕਾ ਨੇ 50 ਓਵਰਸ 9 ਵਿਕਟਸ ਤੇ 262 ਦੌੜਾਂ ਬਣਾਈਆਂ, ਜਦਕਿ ਭਾਰਤ ਨੇ 36.4 ਓਵਰਸ ਵਿੱਚ 3 ਵਿਕਟਸ ਤੇ 263 ਦੌੜਾਂ ਬਣਾ ਕੇ 165 ਜਿੱਤ ਹਾਸਲ ਕਰ ਲਈ। ਹੁਣ ਭਾਰਤ ਦਾ ਟੀਚਾ ਦੂਜੇ ਵਨਡੇ ਵਿੱਚ ਜਿੱਤ ਦੀ ਲੈਅ ਨੂੰ ਕਾਇਮ ਰੱਖਣਾ ਅਤੇ ਸੀਰੀਜ਼ ਤੇ ਕਬਜ਼ਾ ਕਰਨਾ ਹੋਵੇਗਾ। ਭਾਰਤੀ ਕਪਤਾਨ ਸ਼ਿਖਰ ਧਵਨ ਨੇ ਅਜੇਤੂ 86 ਦੌੜਾਂ ਦੀ ਜ਼ਬਰਦਸਤ ਪਾਰੀ ਖੇਡ ਕੇ ਭਾਰਤ ਨੂੰ ਜਿੱਤ ਦੀ ਮੰਜ਼ਿਲ ਤੇ ਪਹੁੰਚਾਇਆ ਸੀ। ਨੌਜਵਾਨ ਓਪਨਰ ਪ੍ਰਿਥਵੀ ਸ਼ਾਹ ਨੇ 43 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਕੇ ਭਾਰਤ ਨੂੰ ਠੋਸ ਸ਼ੁਰੂਆਤ ਦਿੱਤੀ ਸੀ ਅਤੇ ਆਪਣੀ ਇਸ ਪਾਰੀ ਲਈ ਉਹ ਪਲੇਅਰ ਆਫ ਦੀ ਮੈਚ ਵੀ ਬਣਾਇਆ ਸੀ। ਪ੍ਰਿਥਵੀ ਤੋਂ ਇਲਾਵਾ ਈਸ਼ਾਨ ਕਿਸ਼ਨ ਤੇ ਸੂਰਿਆ ਕੁਮਾਰ ਯਾਦਵ ਨੇ ਵੀ ਸ਼ਾਨਦਾਰ ਪਾਰੀਆਂ ਖੇਡ ਕੇ ਭਾਰਤ ਨੂੰ ਆਸਾਨ ਜਿੱਤ ਦੀ ਮੰਜ਼ਿਲ ਤੇ ਪਹੁੰਚਾਇਆ ਸੀ। ਮੇਸੀ ਬਾਰਸੀਲੋਨਾ ਸਟਾਰ
ਘੱਟ ਤਨਖਾਹ ਤੇ ਕੰਮ ਕਰਨ ਨੂੰ ਸਹਿਮਤ। ਮੇਸੀ 2026 ਤੱਕ ਬਾਰਸੀਲੋਨਾ ਵਿੱਚ ਰਹਿਣ ਦੇ ਲਈ ਸਹਿਮਤ ਹੋ ਗਏ ਹਨ, ਯਾਨੀ ਉਹ ਆਪਣੀ ਅੱਧੀ ਤਨਖਾਹ ਤੇ ਹੀ ਕੰਮ ਕਰਨ ਨੂੰ ਰਾਜ਼ੀ ਹੋ ਗਏ ਹਨ। 34 ਸਾਲਾ ਮੇਸੀ ਆਪਣੇ ਇਕਰਾਰਨਾਮੇ ਤੋਂ ਬਾਅਦ ਮੁਫਤ ਏਜੰਟ ਸਨ। ਉਹ ਬਾਰਸੀਲੋਨਾ ਦੇ ਨਾਲ ਸਨ, ਜੋ ਉਹ ਹਰ ਸੀਜ਼ਨ $123 ਮਿਲੀਅਨ ਦਾ ਭੁਗਤਾਨ ਕਰਦੇ ਸਨ, ਪਰ ਇਹ ਕਰਾਰ 30 ਜੂਨ ਨੂੰ ਖਤਮ ਹੋ ਗਿਆ ਸੀ। ਮੇਸੀ ਇਸ ਸਮੇਂ ਕੋਪਾ ਅਮਰੀਕਾ ਜਿੱਤਣ ਤੋਂ ਬਾਅਦ ਛੁੱਟੀ ਤੇ ਹੈ ਅਤੇ ਇਕਰਾਰਨਾਮੇ ਦੇ ਵਧੀਆ ਵੇਰਵਿਆਂ ਨੂੰ ਆਖਰੀ ਰੂਪ ਦਿੱਤਾ ਜਾਣਾ ਬਾਕੀ ਹੈ। ਇਕਰਾਰਨਾਮੇ ਵਿੱਚ ਇੱਕ ਬ੍ਰੇਕ ਕਲੌਜ਼ ਹੋਵੇਗਾ, ਜਿਸ ਨਾਲ ਮੇਸੀ ਨੂੰ 2 ਸਾਲ ਬਾਅਦ ਕਲੱਬ ਛੱਡਣ ਦੀ ਆਗਿਆ ਮਿਲ ਜਾਵੇਗੀ। ਅੱਜ ਦੇ ਦਿਨ ਦਾ ਇਤਿਹਾਸ। 20 ਜੁਲਾਈ 356 ਯੂਨਾਨੀ ਸਮਰਾਟ ਸਿਕੰਦਰ ਮਹਾਨ ਦਾ ਜਨਮ। 20 ਜੁਲਾਈ 1929 ਭਾਰਤੀ ਫਿਲਮੀ ਕਲਾਕਾਰ ਰਾਜਿੰਦਰ ਕੁਮਾਰ ਦਾ ਜਨਮ। 20 ਜੁਲਾਈ 1950 ਬਾਲੀਵੁੱਡ ਐਕਟਰ ਅਤੇ ਡਾਇਰੈਕਟਰ ਨਸੀਰੂਦੀਨ ਸ਼ਾਹ ਦਾ ਜਨਮ। 20 ਜੁਲਾਈ 1965 ਭਾਰਤੀ ਸੁਤੰਤਰਤਾ ਸੰਗਰਾਮੀ ਬਟੁਕੇਸ਼ਵਰ ਦੱਤ ਸ਼ਹੀਦ। 20 ਜੁਲਾਈ 1973 ਅਮਰੀਕਾ ਵਿੱਚ ਜੰਮੇ ਚੀਨੀ ਹਾਂਗਕਾਂਗ ਐਕਟਰ ਮਾਰਸ਼ਲ ਕਲਾਕਾਰ ਬਰੂਸ ਲੀ ਦਾ ਦੇਹਾਂਤ। 20 ਜੁਲਾਈ 1976 ਵਾਈਕਿੰਗ ਪੁਲਾਸ ਗੱਡੀ ਮੰਗਲ ਗ੍ਰਹਿ ਤੇ ਉਤਰਿਆ ਅਤੇ ਮਿੱਟੀ ਦੇ ਨਮੂਨੇ ਲਏ। 20 ਜੁਲਾਈ 1993 ਭਾਰਤ ਦਾ ਪਾਟੀਦਾਰ ਰਿਜ਼ਰਵੇਸ਼ਨ ਅੰਦੋਲਨ ਦਾ ਨੇਤਾ ਹਾਰਦਿਕ ਪਟੇਲ ਦਾ ਜਨਮ। 20 ਜੁਲਾਈ 2009 ਸਿੱਖ ਇਤਿਹਾਸ ਅਤੇ ਸੱਭਿਆਚਾਰ ਲਿਖਣ ਵਾਲਾ ਨਿਊਜ਼ੀਲੈਂਡ ਦਾ ਵਿਦਵਾਨ W.H. ਮੈਕਲੋਡ ਦਾ ਦੇਹਾਂਤ। ਕੱਲ ਫਿਰ ਮਿਲਾਂਗੇ ਨਵੀਆਂ ਖਬਰਾਂ ਦੇ ਨਾਲ। ਮੈਨੂੰ ਦਿਓ ਇਜਾਜ਼ਤ। ਤਦ ਤੱਕ ਦੇਖਦੇ ਰਹੋ ਆਪਣਾ ਪਸੰਦੀਦਾ ਚੈਨਲ ਪ੍ਰੀਤ ਪੰਜਾਬੀ। ਸਟੇ ਹੋਮ, ਸਟੇ ਸੇਫ, ਖੁਸ਼ ਰਹੋ। ਸਤਿ ਸ਼੍ਰੀ ਅਕਾਲ।